ਬਹੁਤ ਸਾਰੀਆਂ ਅਜਿਹੀਆਂ ਮੌਤਾਂ ਆਈਆਂ ਜਿੱਥੇ ਚਾਰ ਮੋਢੇ ਵੀ ਜਿਹੜੇ ਨੇ ਉਹ ਨਸੀਬ ਨਹੀਂ ਹੋਏ, ਲੇਕਿਨ ਖੁਦਾ ਦੇ ਫਰਿਸ਼ਤੇ ਇਸ ਤਰੀਕੇ ਦੇ ਦਿੱਲੀ ਦੇ ਵਿੱਚ ਮੌਜੂਦ ਨੇ ਜੋ ਬਹੁਤ ਸਾਰੇ ਲੋਕਾਂ ਦਾ ਅੰਤਿਮ ਸੰਸਕਾਰ ਕਰ ਰਹੇ ਨੇ ਔਰ ਉਹਨਾਂ ਲੋਕਾਂ ਨੂੰ ਸ਼ਮਸ਼ਾਨ ਘਾਟ ਲੈ ਕੇ ਜਾ ਰਹੇ ਨੇ, ਆਪਣੀ ਐਂਬੂਲੈਂਸ ਦੇ ਵਿੱਚ ਹਸਪਤਾਲ ਲੈ ਕੇ ਜਾ ਰਹੇ ਨੇ। ਔਰ ਇਹਨਾਂ ਦੇ ਵਿੱਚ ਇੱਕ ਸਭ ਤੋਂ ਵੱਡਾ ਨਾਮ ਉੱਭਰ ਕੇ ਸਾਹਮਣੇ ਆਇਆ ਜਤਿੰਦਰ ਸਿੰਘ ਸ਼ੰਟੀ ਹੁਣ ਤੱਕ ਪਿਛਲੇ 1 ਸਾਲ 'ਚ 2000 ਲੋਕਾਂ ਨੂੰ ਅੰਤਿਮ ਸੰਸਕਾਰ ਜਿਹੜਾ ਵਾ ਉਹਨਾਂ ਦਾ ਕਰ ਚੁੱਕੇ ਨੇ। ਔਰ ਜਤਿੰਦਰ ਸਿੰਘ ਸ਼ੰਟੀ ਇਸ ਵੇਲੇ ਨਿਊਜ਼ 18 ਤੇ ਮੌਜੂਦ ਨੇ। ਸ਼ੰਟੀ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੰਟੀ ਜੀ, ਇਸ ਵੇਲੇ ਤੁਸੀਂ ਖੁਦਾ ਦੇ ਬੰਦੇ, ਰੱਬ ਦੇ ਬੰਦੇ ਬਣ ਕੇ ਜਿਹੜੇ ਨੇ ਉਹ ਅੰਤਿਮ ਸੰਸਕਾਰ ਲੋਕਾਂ ਦਾ ਕਰ ਰਹੇ ਹੋ। ਕਿੰਨੀ ਹਿੰਮਤ ਤੁਹਾਡੇ ਸਾਹਮਣੇ ਆਂਦੀ ਹੈ ਔਰ ਕਿਵੇਂ ਇੰਨੀ ਹਿੰਮਤ ਆਂਦੀ ਹੈ ਸਾਹਮਣੇ? ਸਾਡੀ ਕੌਮ ਨੂੰ ਬਖਸ਼ਿਸ਼ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ। ਅਸੀਂ ਕੋਈ ਵੱਡਾ ਕੰਮ ਨਹੀਂ ਕਰ ਰਹੇ ਹਾਂ, ਸਾਡੇ ਗੁਰੂਆਂ ਨੇ ਸਾਨੂੰ ਜੋ ਬਖਸ਼ਿਸ਼ ਕੀਤੀ ਸੀ ਅਸੀਂ ਉਹੀ ਕੰਮ ਕਰ ਰਹੇ ਹਾਂ ਜੀ। ਜੋ ਉਹਨੇ ਹੁਕਮ ਆਇਆ ਦਾਤ ਰੱਖੀ ਹੈ ਆਪਣੇ ਜਿਸ ਭਾਵੇਂ ਤਿਸ ਦੇ। ਸ਼ੰਟੀ ਜੀ, ਮੈਨੂੰ ਲੱਗ ਰਿਹਾ ਕਿ ਇਸ ਵੇਲੇ ਵੀ ਤੁਸੀਂ ਸ਼ਮਸ਼ਾਨ ਘਾਟ 'ਚ ਮੌਜੂਦ ਹੋ। ਅੱਜ ਵੀ ਸੰਸਕਾਰ ਕੀਤੇ ਆ ਤੁਸੀਂ? ਹਾਂਜੀ, ਅੱਜ ਮੈਂ 35 ਕਰ ਚੁੱਕਾ ਸਵੇਰ ਦੇ ਜੀ। 35 ਲੋਕਾਂ ਦੇ ਸੰਸਕਾਰ ਕਰ ਚੁੱਕੇ ਹੋ ਤੁਸੀਂ ਅੱਜ ਦੇ ਦਿਨ? ਹਾਂਜੀ, ਰੋਜ਼ ਦੀ ਐਵਰੇਜ ਤੇ ਮੇਰੀ 100 ਤੱਕ ਚਲੀ ਜਾਂਦੀ ਹੈ, 100 ਤੱਕ ਚਲੀ ਜਾਂਦੀ ਹੈ। ਰਾਤੀ 10 ਵਜੇ ਤੱਕ ਚੱਲਦਾ ਰਹਿੰਦਾ ਕੰਮ ਮੇਰਾ, ਸਵੇਰੇ 7 ਵਜੇ ਤੋਂ ਲੈ ਕੇ। ਔਰ ਉਸ ਤੋਂ ਬਾਅਦ ਮੈਂ 15-16 ਦਿਨ ਤੋਂ ਘਰ ਵੀ ਨਹੀਂ ਗਿਆ ਕਿਉਂਕਿ ਬੱਚੇ ਸਾਰੇ ਪੋਜ਼ਿਟਿਵ ਹੈਗੇ ਸੀ। ਮੈਂ ਘਰ ਵੀ ਨਹੀਂ ਜਾਂਦਾ, ਗੱਡੀ 'ਚ ਹੀ ਸੌਂਦਾ ਮੈਂ। ਪਿਛਲੇ 1 ਸਾਲ 'ਚ ਕਿੰਨੇ ਲੋਕਾਂ ਦਾ ਤੁਸੀਂ ਅੰਤਿਮ ਸੰਸਕਾਰ ਕਰ ਚੁੱਕੇ ਹੋ ਸ਼ੰਟੀ ਜੀ? ਪਹਿਲੀ ਜਿਹੜੀ ਲਹਿਰ ਆਈ ਸੀ ਉਹਦੇ 'ਚ 967 ਕੀਤੇ ਸੀ ਅਸੀਂ, ਤੇ ਹੁਣ ਜਿਹੜੀ 1 ਮਹੀਨੇ 'ਚ ਹੀ ਅਸੀਂ ਤਕਰੀਬਨ 1352 ਲੋਕਾਂ ਦਾ ਕਰ ਚੁੱਕੇ ਹਾਂ ਜੀ। ਤੁਸੀਂ ਕਹਿ ਰਹੇ ਹੋ ਕਿ ਤੁਸੀਂ 15-16 ਦਿਨਾਂ ਤੋਂ ਘਰ ਵੀ ਨਹੀਂ ਗਏ? ਨਹੀਂ ਜੀ। ਕਿਵੇਂ ਤੁਹਾਡੀ ਟੀਮ ਜਿਹੜੀ ਉਹ ਕੰਮ ਕਰਦੀ ਹੈ ਔਰ ਇੰਨੀਆਂ ਮੌਤਾਂ ਹੋ ਰਹੀਆਂ ਨੇ? ਮੈਂ ਪਿੱਛੇ ਦੇਖਿਆ ਸੀਗਾ ਕਿ ਸ਼ਮਸ਼ਾਨ ਘਾਟ 'ਚ ਥਾਂ ਥੋੜੀ ਪੈ ਰਹੀ ਸੀਗੀ। ਬਿਲਕੁਲ ਥਾਂ ਥੋੜੀ ਪੈ ਗਈ ਸੀ, ਫਿਰ ਆਪਾਂ ਰਸਤਾ ਤੋੜ ਕੇ ਕੱਚਾ ਰਸਤਾ ਜਿਹੜਾ ਪਾਰਕਿੰਗ ਦਾ ਪਿਆ ਸੀ, ਮੈਂ ਦਿਖਾਣਾ ਤੁਹਾਨੂੰ, ਉਹਦੇ ਵਿੱਚ ਅਸੀਂ ਰਸਤਾ ਕੱਢਿਆ, ਉੱਥੇ ਸ਼ੁਰੂਆਤ ਕਰਾਈ ਅਸੀਂ ਫਿਰ ਸ਼ਮਸ਼ਾਨ ਘਾਟ ਦੇ ਅੰਦਰ। ਫਿਰ ਸਾਡੀਆਂ ਇੱਕ ਦਿਨ 100, 115, 120 ਤੱਕ ਗਈਆਂ ਸਾਡੀਆਂ ਬੋਡੀਆਂ ਇੱਕ ਦਿਨ ਦੇ ਅੰਦਰ। ਇਹ ਹੁਣ ਜਿਵੇਂ ਜਿਵੇਂ ਦਿਨ ਦਾ ਟਾਈਮ ਹੈ ਤੇ ਸਾਰਾ ਭਰ ਗਿਆ, ਉਹ ਦੇਖੋ ਥੋੜੇ ਤੇ ਵੀ ਹੋ ਗਿਆ। ਤੇ ਜਿਵੇਂ ਰਾਤ ਪਏਗੀ, ਰਾਤ ਪੈਂਦੇ ਪੈਂਦੇ ਸਾਰੇ ਬਾਹਰ ਨੂੰ ਆ ਜਾਣਗੇ। ਫਿਰ ਇਹ ਖੁੱਲੇ ਏਰੀਆ 'ਚ ਬਾਹਰ ਹੀ ਸਾਡੇ 50-60 ਬਾਹਰ ਹੋ ਜਾਂਦੇ ਆ। ਇੱਥੇ ਬਹੁਤ ਵੱਡੀ ਜਹਾਜ਼। ਇੰਨੀ ਹਿੰਮਤ ਕਿੱਥੋਂ ਪੈ ਰਹੀ ਹੈ? ਅਗਰ ਇੱਕ ਸ਼ਖਸ ਦਾ ਵੀ ਸੰਸਕਾਰ ਕਰਨਾ ਹੋਵੇ ਤਾਂ ਕੰਬ ਜਾਂਦੀ ਹੈ। ਇਹ ਹਿੰਮਤ ਕਦੇ ਨਹੀਂ ਸਾਡੀ ਕੌਮ ਨੂੰ, ਮੈਂ ਤੇ ਕਿਹਾ ਬਖਸ਼ਿਸ਼ ਹੈ ਗੁਰੂ ਮਹਾਰਾਜ ਦੀ। ਸਾਡੀ ਕੌਮ ਕਿਤੇ ਡਰਨ ਵਾਲੀ ਤੇ ਹੈ ਨਹੀਂ, ਡਟ ਕੇ ਕੰਮ ਕਰਨ ਵਾਲੀ ਕੌਮ ਹੈ ਸਾਡੀ। ਸੂਰਜ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ ਹੇਤ। ਘਰ 'ਚ ਕਿਵੇਂ ਨੇ ਸਾਰੇ? ਬੇਟਾ ਵੀ ਤੁਹਾਡਾ ਕੋਵਿਡ ਪੋਜ਼ਿਟਿਵ ਹੈ? ਮੇਰੇ ਪਰਿਵਾਰ ਦੇ, ਮੇਰੀ ਮਿਸਿਸ ਦੋਨੋਂ ਬੇਟੇ ਪੋਜ਼ਿਟਿਵ ਹੋ ਗਏ। ਮੇਰੇ ਸਟਾਫ ਦੇ 4 ਲੋਕ ਪੋਜ਼ਿਟਿਵ ਹੋ ਗਏ। ਫਿਰ ਵੀ ਕੰਮ ਚੱਲੀ ਜਾ ਰਿਹਾ, ਬਾਬਾ ਜੀ ਆਪ ਕਰ ਰਹੇ ਜੀ। ਤੁਸੀਂ ਆਪਣੀ ਸੇਫਟੀ ਕਿਵੇਂ ਰੱਖਦੇ ਹੋ? ਕਿਉਂਕਿ ਮੈਂ ਦੇਖਿਆ ਕਿ ਦਿੱਲੀ ਦੇ ਵਿੱਚ ਆਪਣੇ ਹੀ 4 ਮੋਢੇ ਨਹੀਂ ਦੇ ਪਾ ਰਹੇ, 4 ਮੋਢੇ ਨਹੀਂ ਮਿਲ ਪਾ ਰਹੇ ਕੋਵਿਡ ਦੇ ਮਰੀਜ਼ਾਂ ਨੂੰ। ਸਾਡੀ ਸੇਫਟੀ ਮੂਲ ਮੰਤਰ ਹੈ ਜੀ। ਹਰ ਵੇਲੇ ਮੂਲ ਮੰਤਰ ਪੜ੍ਹਦੇ ਰਹੋ, ਚੁਪਾਈ ਸਾਹਿਬ ਦਾ ਪਾਠ ਕਰਦੇ ਰਹੋ। ਗੁਰੂ ਮਹਾਰਾਜ ਆਪ ਸਾਡੇ ਨਾਲ ਨਿਸਤਾਰ ਰਹਿੰਦੇ ਆ ਜੀ, ਸਾਨੂੰ ਕੁਝ ਨਹੀਂ ਹੋ ਸਕਦਾ, ਇਹ ਗਾਰੰਟੀ ਹੈ। ਸ਼ੰਟੀ ਜੀ, ਇਹ ਲੋਕ ਜਿਹੜੇ ਕੋਵਿਡ ਦੇ ਨਾਲ ਜਿਨ੍ਹਾਂ ਦੀ ਮੌਤ ਹੋ ਗਈ, ਕਿਵੇਂ ਤੁਸੀਂ ਇਹਨਾਂ ਦਾ ਸੰਸਕਾਰ ਕਰਦੇ ਹੋ? ਕਿਵੇਂ ਜਿਹੜਾ ਵਾ ਪੂਰਾ ਪ੍ਰੋਸੈਸ ਕੀ ਹੁੰਦਾ ਵਾ? ਸਾਡੇ ਕੋਲ ਇਸ ਵੇਲੇ 35-40 ਬੋਡੀਜ਼ ਅਸੀਂ ਘਰੋਂ ਚੁੱਕ ਰਹੇ, ਜਿਹੜੇ ਘਰ ਦੇ ਵਿੱਚ ਕੁਆਰੰਟਾਈਨ ਹੈਗੇ ਉੱਥੇ ਮਰ ਜਾਂਦੇ। ਉਹ ਬੋਡੀ ਨੂੰ ਜਿਵੇਂ ਫੋਨ ਆਉਂਦਾ ਜਾ ਕੇ ਉਹਨੂੰ ਸੈਨੀਟਾਈਜ਼ ਕਰਨੇ ਆ, ਸੈਨੀਟਾਈਜ਼ ਕਰਕੇ ਉਹਨੂੰ ਗੱਡੀ ਰੱਖਣੇ ਆ, ਫਿਰ ਅਸੀਂ ਸ਼ਮਸ਼ਾਨ ਘਾਟ ਲੈ ਕੇ ਆਉਂਦੇ ਆ, ਫਿਰ ਸੰਸਕਾਰ ਕਰਨੇ ਆ। ਇੱਕ ਤਾਂ ਹੋ ਗਿਆ ਇਸ ਤਰੀਕੇ ਦੀ ਬੋਡੀ ਹੋ ਗਈਆਂ। ਦੂਜਾ ਉਹ ਪਰਿਵਾਰ ਜਿਨ੍ਹਾਂ ਦੇ ਘਰ ਦੇ ਇਕੱਲੇ ਬੰਦੇ ਆ ਰਹੇ ਨੇ, ਜਿਵੇਂ ਹਸਬੈਂਡ ਦੀ ਡੈਥ ਹੋ ਗਈ ਤੇ ਜਨਾਨੀ ਆ ਰਹੀ ਹੈ, ਪਿਤਾ ਦੀ ਹੋ ਗਈ ਤੇ ਇਕੱਲਾ ਬੇਟਾ ਆ ਰਿਹਾ, ਉਹਨਾਂ ਨੂੰ ਆਪਾਂ ਫਿਰ ਪੂਰਾ ਆਪਣੇ ਤਰੀਕੇ ਨਾਲ ਆਪਣੀ ਟੀਮ ਲਗਾ ਕੇ ਉਹਨਾਂ ਦਾ ਸੰਸਕਾਰ ਕਰਨੇ ਆ। ਤੀਸਰਾ ਉਹ ਲੋਕ ਛੱਡ ਕੇ ਭੱਜ ਜਾਂਦੇ ਬੋਡੀਆਂ ਤੇ, 2-3 ਬੋਡੀਆਂ ਰੋਜ਼ ਐਵੇਂ ਪਈ ਹੁੰਦੀਆਂ, ਕੋਈ ਚੁੱਕਦਾ ਹੀ ਨਹੀਂ, ਉਹ ਬੰਦੇ ਹੀ ਭੱਜ ਜਾਂਦੇ ਛੱਡ ਕੇ, ਫਿਰ ਅਸੀਂ ਕਰਾਉਂਦੇ ਜੀ ਉਹਦਾ। ਤੇ ਚੌਥੇ ਉਹ ਲੋਕ ਵੀ ਹੈਗੇ ਜਿਹੜੇ ਆਉਂਦੇ ਆ ਨਾਲ, ਪੈਸੇ ਨਹੀਂ ਉਹਨਾਂ ਕੋਲ, ਉਹਨਾਂ ਨੂੰ ਲੱਕੜ ਦੇਈਦਾ ਜੀ, ਸਾਰਾ ਸਮਾਨ ਦੇਈਦਾ ਜੀ, ਤਾਂ ਆਪਾਂ ਫ੍ਰੀ ਕਰਾਉਂਦੇ ਜੀ ਉਹਨਾਂ ਸਾਰਾ ਸਮਾਨ। ਇਹ 4-5 ਪ੍ਰੋਸੈਸ ਹੈਗੇ ਜੀ। ਸ਼ੰਟੀ ਜੀ, ਤੁਸੀਂ ਮਦਦ ਕਰ ਰਹੇ ਹੋ ਲੇਕਿਨ ਕਾਲਾ ਬਾਜ਼ਾਰੀ ਵੀ ਸਾਹਮਣੇ ਆ ਰਹੀ ਹੈ। ਐਂਬੂਲੈਂਸ ਜਿਹੜੀ ਹੈ ਲੱਖ ਰੁਪਈਆ ਲੈ ਰਹੀ ਹੈ, ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ, ਇਹਦੇ ਕੋਈ ਦੋ ਰਾਏ ਨਹੀਂ ਕਿ ਦਿੱਲੀ ਦੇ ਵਿੱਚ ਸਾਰਾ ਐਡਮਿਨਿਸਟ੍ਰੇਸ਼ਨ ਨਾ ਮਿਲਦੀ ਹੈ, ਨਾ ਵੈਂਟੀਲੇਟਰ ਮਿਲਦਾ ਹੈ, ਨਾ ਇੰਜੈਕਸ਼ਨ ਮਿਲਦੇ ਹੈ, ਔਰ ਉਸ ਤੋਂ ਬਾਅਦ ਐਂਬੂਲੈਂਸ ਨਹੀਂ ਮਿਲਦੀ। ਕੋਈ ਮਰ ਜਾਏ ਤੇ ਡੈਡ ਬੋਡੀ ਵਾਲੀ ਗੱਡੀ ਨਹੀਂ ਮਿਲਦੀ। ਬਹੁਤ ਬੁਰਾ ਹਾਲ ਹੈ, ਜਿਹਦੀ ਕੋਈ ਦੋ ਰਾਏ ਨਹੀਂ ਹੈ। ਪਰ ਜਿੱਥੇ ਨੈਗੇਟਿਵਿਟੀ ਹੈ ਉੱਥੇ ਪੋਜ਼ਿਟਿਵਿਟੀ ਵੀ ਹੈ ਕਿ
ਸ਼ਹੀਦ ਭਗਤ ਸਿੰਘ ਸੇਵਾ ਦਲ ਵਰਗੀਆਂ ਸੰਸਥਾਵਾਂ ਲੱਗੀਆਂ ਹੋਈਆਂ। ਸਾਡੇ ਵਾਰੀਅਰ ਦੇਖੋ ਦਿਨ ਰਾਤ ਲੱਗੇ ਹੋਏ ਨੇ, 24 ਘੰਟੇ ਲਾਸ਼ਾਂ ਆਪਣੇ ਹੱਥ ਨਾਲ ਚੁੱਕਦੇ ਨੇ। ਬੜੀ ਵੱਡੀ ਗੱਲ ਹੈਗੀ ਹੈ। ਇਹ ਘਬਰਾਉਂਦੇ ਨਹੀਂ ਹੈਗੇ। ਇਹ ਆਪਣਾ ਮਰਜੀਵੜੇ ਬਣ ਕੇ ਆਏ ਨੇ ਇਸ ਵੇਲੇ, ਮਰਜੀਵੜੇ। ਸੰਡੇ ਕਿੰਨੇ ਲੋਕ ਨੇ ਤੁਹਾਡੀ ਟੀਮ ਦੇ ਵਿੱਚ? ਮੇਰੇ 22 ਬੰਦੇ ਸੀ, ਜਿਹਦੇ ਚ 5 ਤੇ ਵਿਚਾਰੇ ਸਮਝ ਲਓ 5 ਇਹਦੇ ਚ ਕੋਵਿਡ ਪੋਜ਼ਿਟਿਵ ਹੋ ਗਏ, ਘਰ ਪਏ ਨੇ। ਲੇਕਿਨ ਬਾਕੀ ਸਾਡੇ 16-17 ਬੰਦੇ ਨੇ ਕੰਮ ਖਿੱਚਿਆ ਪਿਆ ਜੀ ਇੱਕਦਮ ਦਿਨ ਰਾਤ ਜੀ। ਬਾਕੀ ਸ਼ਮਸ਼ਾਨ ਦੇ ਜਿਹੜੇ ਕਰਮਚਾਰੀ ਨੇ ਉਹ ਅਲੱਗ ਨੇ, ਉਹ 15 ਬੰਦੇ ਅਲੱਗ ਨੇ। ਲੇਕਿਨ ਮੈਂ ਕਹਿੰਦਾ ਕਿ ਇਸ ਵੇਲੇ ਜੋ ਇਹਨਾਂ ਨੇ ਰੋਲ ਅਦਾ ਕੀਤਾ ਉਹ ਰੱਬ ਦਾ ਰੋਲ ਹੈ ਜੀ। ਉਹ ਕੋਈ ਮੰਨੇ ਨਾ ਮੰਨੇ, ਲੇਕਿਨ ਇਹਨਾਂ ਨੂੰ ਸੈਲੂਟ ਕਰਨਾ ਪਏਗਾ ਜੀ। ਜੋ ਸਾਡੇ ਡਰਾਈਵਰ ਨੇ ਜਾਂ ਸ਼ਮਸ਼ਾਨ 'ਚ ਕੰਮ ਕਰਨ ਵਾਲੇ ਬੰਦੇ ਨੇ, ਇਹ ਆਪਣੀ ਜਾਨ ਤੇ ਖੇਡ ਕੇ, ਕਿਉਂਕਿ ਇਹਦੇ ਵਿਚਾਰੇ ਗਲਵਜ਼ ਵੀ ਨਹੀਂ ਪਾ ਸਕਦੇ, ਅੱਗ ਦੇ ਕੋਲ ਜਾਂਦੇ ਆ, ਹੱਥ ਵੀ ਨੰਗੇ ਹੁੰਦੇ ਇਹਨਾਂ ਦੇ। ਔਰ ਇਹਨਾਂ ਨੇ ਅਸੀਂ ਸ਼ਮਸ਼ਾਨ ਦੇ ਵਿੱਚ ਪਹਿਲੇ ਤੋਂ ਲੈ ਕੇ ਹੁਣ ਤੱਕ ਤਕਰੀਬਨ 2500 ਡੈਡ ਬੋਡੀਆਂ ਇਹਨਾਂ ਨੇ ਆਪਣੇ ਹੱਥ ਨਾਲ ਜਲਾਈਆਂ ਨੇ ਜੀ। ਇਸ ਕਰਕੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਸੈਲੂਟ ਕਰਨਾ ਕਿ ਜਿਨ੍ਹਾਂ ਨੇ ਸਾਡੇ ਵਾਸਤੇ ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਰਾਹੀਂ ਕੰਮ ਕੀਤਾ ਹੈ ਜੀ। ਇਹ ਵਾਕਈ ਕਾਬਿਲੇ ਤਾਰੀਫ ਹੈ ਜੀ। ਸੰਡੇ, ਪਰਿਵਾਰ ਨੂੰ ਡਰ ਨਹੀਂ ਲੱਗਦਾ? ਤੁਹਾਨੂੰ ਆਪਣੇ ਪਰਿਵਾਰ ਦਾ ਡਰ ਨਹੀਂ ਲੱਗਦਾ? ਘਰ ਦੇ ਵਿੱਚ ਸਾਰੇ ਲੋਕ ਪੋਜ਼ਿਟਿਵ ਨੇ। ਦੇਖੋ ਜੀ, ਜੋ ਫਰੰਟ ਲਾਈਨ ਵਰਕਰ ਘਰ ਬਹਿ ਜਾਣਗੇ, ਦੇਸ਼ ਦੇ ਉੱਤੇ ਕੋਈ ਵਿਪਤਾ ਆਈ ਹੈ, ਅੱਜ ਮਾਨਵਤਾ ਦੀ ਵਿਪਤਾ ਆਈ ਹੈ, ਜੇ ਪੁਲਿਸ ਵਾਲੇ ਵੀ ਘਰ ਬਹਿ ਜਾਣ, ਡਾਕਟਰ ਵੀ ਘਰ ਬਹਿ ਜਾਣ, ਸਾਡੇ ਵਰਗੇ ਕਾਰਜਕਰਤਾ ਵੀ ਘਰ ਬਹਿ ਜਾਣ, ਕੰਮ ਕਿਵੇਂ ਚੱਲੇਗਾ? ਤੁਸੀਂ ਕਿਵੇਂ ਸੋਚਿਆ ਕਿ ਤੁਹਾਨੂੰ ਅੰਤਿਮ ਸੰਸਕਾਰ ਕਰਨਾ ਚਾਹੀਦਾ? ਤੁਹਾਨੂੰ ਕਿਵੇਂ ਲੱਗਾ ਕਿ ਇਹ ਮੇਰਾ ਸਬਜੈਕਟ ਹੈ ਜੀ। 25 ਸਾਲ ਤੋਂ ਮੈਂ ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਰਾਹੀਂ ਕੰਮ ਕਰ ਰਿਹਾ ਜੀ। 25 ਸਾਲ ਚੋਂ 24 ਸਾਲ ਇੱਕ ਪਾਸੇ, ਸ਼ਾਇਦ 24 ਸਾਲਾਂ 'ਚ ਤੁਸੀਂ ਕਦੀ ਸੋਚਿਆ ਨਹੀਂ ਹੋਣਾ ਕਿ ਇਹ ਦਿਨ ਦੇਖਣੇ ਪੈਣਗੇ। ਪਿੱਛੇ ਮੈਂ ਦੇਖ ਰਿਹਾ ਕਿ ਇਹੋ ਜਿਹਾ ਮੰਜ਼ਰ ਨਹੀਂ ਦੇਖਿਆ ਜੀ, ਕਿਉਂਕਿ 24 ਸਾਲ ਦਿੱਲੀ 'ਚ ਕੰਮ ਕੀਤਾ, ਨੇਪਾਲ ਕੀਤਾ, ਜੋ ਭੁਚਾਲ ਆ ਗਿਆ, ਗੁਜਰਾਤ ਗਿਆ, ਕਸ਼ਮੀਰ ਗਿਆ, ਉੱਤਰਾਖੰਡ, ਚੇਨਈ ਗਿਆ, ਸਭ ਜਗ੍ਹਾ ਮੈਂ ਲਾਸ਼ਾਂ ਚੁੱਕੀਆਂ। ਪਰ ਇਹ ਜੋ ਦਿੱਲੀ ਹੋ ਰਿਹਾ ਹੈ ਜੀ, ਇਹ ਦਿੱਲੀ ਦੇ ਵਿੱਚ ਇਨਸਾਨ ਨਹੀਂ ਮਰ ਰਹੇ, ਦਿੱਲੀ ਦੇ ਵਿੱਚ ਇਨਸਾਨੀਅਤ ਮਰ ਗਈ ਹੈ। ਕਿ ਅੱਜ ਇੱਥੇ ਪ੍ਰਸ਼ਾਸਨ ਜਿਹੜਾ ਪੰਗੂ ਬਣ ਗਿਆ, ਪੰਗੂ, ਕਿਸੇ ਨੂੰ ਆਕਸੀਜਨ ਨਹੀਂ ਹੈ, ਕੋਈ ਸਾਧਨ ਨਹੀਂ ਹੈ, ਪਰ ਉਹੀ ਸਾਰੀਆਂ ਚੀਜ਼ਾਂ ਬਲੈਕ 'ਚ ਵਿਕ ਰਹੀਆਂ ਨੇ ਦਿੱਲੀ ਦੇ ਵਿੱਚ, ਰਾਸ਼ਟਰੀ ਰਾਜਧਾਨੀ ਦੇ ਵਿੱਚ। ਮੈਂ ਆਪਣੇ ਅੱਖੀ ਦੇਖ ਰਿਹਾ ਜੀ, ਇੰਨਾ ਬੁਰਾ ਸਮਾਂ ਹੈ, ਬਹੁਤ ਬੁਰਾ ਸਮਾਂ ਹੈ। ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਇਨਸਾਨੀਅਤ ਮਰ ਗਈ ਹੈ। ਤੁਹਾਡੇ ਵਰਗੇ ਇਨਸਾਨ ਨੇ ਜੋ ਅੱਜ ਵੀ ਇਨਸਾਨੀਅਤ ਨੂੰ ਜ਼ਿੰਦਾ ਰੱਖੇ ਹੋਏ। ਕਿਵੇਂ ਤੁਸੀਂ ਆਪਣਾ ਇਹ ਸਾਰਾ ਸਿਸਟਮ ਕਰਦੇ ਹੋ ਔਰ ਸਰਕਾਰਾਂ ਮਦਦ ਕਰ ਪਾ ਰਹੀਆਂ ਨੇ? ਕਿਉਂਕਿ 4 ਮੋਢੇ ਨਹੀਂ ਦਿੱਲੀ ਦੇ ਵਿੱਚ ਮਿਲ ਪਾ ਰਹੇ। 4 ਮੋਢੇ ਜਦੋਂ ਅਸੀਂ ਕਦੀ ਕਿਸੇ ਦੀ ਸਰਕਾਰ ਦੀ ਮਦਦ ਮੰਗੀ ਨਹੀਂ ਜੀ, ਨਾ ਦਿੱਲੀ ਸਰਕਾਰ ਦੀ, ਨਾ ਭਾਰਤ ਸਰਕਾਰ ਦੀ। ਔਰ ਅਰਦਾਸ ਕਰ ਰਹੇ ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਸਾਨੂੰ ਸ਼ਕਤੀ ਦੇਵੇ। ਅਸੀਂ ਆਪਣੇ ਦਮ ਤੇ, ਆਪਣੀ ਟੀਮ ਦੇ ਦਮ ਤੇ, ਔਰ ਉਸ ਸੰਗਤ ਦੇ ਦਮ ਤੇ, ਜਿਹੜੀ ਸੰਗਤ ਨੇ ਸਾਨੂੰ ਦਿਨ ਰਾਤ ਇੱਥੇ ਕਿਹਾ ਸ਼ੰਟੀ ਜੀ ਤੁਸੀਂ ਕੰਮ ਕਰੋ, ਅਸੀਂ ਤੁਹਾਡੇ ਨਾਲ ਆ। ਮੇਰਾ ਫੋਨ ਨੰਬਰ ਜਿਹੜਾ ਹੈ 8750674433। ਇਸ ਨੰਬਰ ਤੇ ਮੈਨੂੰ ਫੋਨ ਆਉਂਦਾ ਹੈ। ਕਿਸੇ ਦੇ ਘਰ ਡੈਡ ਬੋਡੀ ਪਈ ਚੁੱਕ ਕੇ ਲਿਆਣਾ, ਕ੍ਰੀਏਟ ਕਰਨਾ, ਇਸੇ ਤਰੀਕੇ ਨਾਲ ਸਾਡਾ ਸਾਰਾ ਕੰਮ ਨੈਟਵਰਕ ਚੱਲ ਰਿਹਾ ਜੀ। ਜਿਹੜੇ ਕਾਲਾ ਬਾਜ਼ਾਰੀ ਹਸਪਤਾਲ ਕਰਦੇ ਨੇ, ਤੁਸੀਂ ਦੱਬ ਕੇ ਕਾਲਾ ਬਾਜ਼ਾਰੀ ਹੋ ਰਹੀ ਦਿੱਲੀ ਦੇ ਵਿੱਚ, ਦੱਬ ਕੇ ਕਾਲਾ ਬਾਜ਼ਾਰੀ ਹੋ ਰਹੀ ਹੈ ਜੀ। ਗੈਸ ਦਾ ਸਿਲੰਡਰ 4 ਗੁਣਾ ਰੇਟ ਤੇ ਵਿਕ ਰਿਹਾ। ਇੱਥੇ ਐਂਬੂਲੈਂਸ ਵਾਲੇ 1000 ਰੁਪਏ ਵਾਲਾ 30,000 ਰੁਪਏ ਮੰਗਦਾ ਹੈ। ਅਤੇ ਹਰ ਸਮਾਨ ਦੀ ਕਾਲਾ ਬਾਜ਼ਾਰੀ ਹੋ ਰਹੀ ਹੈ। ਸਰਕਾਰ ਸੁੱਤੀ ਪਈ ਹੈ ਦਿੱਲੀ ਦੀ। ਮੈਂ ਕਦੀ 12 ਸਾਲਾਂ 'ਚ ਇੰਨਾ ਭਾਵੁਕ ਨਹੀਂ ਹੋਇਆ ਜਿਵੇਂ ਪਿੱਛੇ ਮੈਂ ਦੇਖ ਰਿਹਾ ਕਿ ਲਾਸ਼ਾਂ ਕਿਵੇਂ ਸੰਸਕਾਰ ਤੁਸੀਂ ਕਰ ਰਹੇ ਹੋ। ਵਾਕਈ ਤੁਸੀਂ ਰੱਬ ਦੇ ਫਰਿਸ਼ਤੇ ਬਣੇ ਹੋਏ ਹੋ। ਇਹ ਦੇਖੋ ਲਾਈਨ ਲੱਗੀ ਪਈ ਹੈ, 1 2 3 4 ਹਜੇ ਪਈਆਂ ਨੇ। ਇਹ ਦੇਖੋ 1 2 3 4 5 6 7 ਦੀ ਤਿਆਰੀ ਹੋ ਰਹੀ ਹੈ ਜੀ। ਇਹ ਦੇਖੋ ਇਕੱਠੀਆਂ ਸਾੜਦੇ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਜਾਏਗੀ। ਸ਼ੰਟੀ ਜੀ, ਇਹ ਕਿਸ ਧਰਮ ਤੋਂ ਆਉਂਦੇ ਆ? ਮੈਨੂੰ ਲੱਗਦਾ ਕਿ ਇਹ ਸਿਰਫ ਗਰੀਬੀ ਇਹਨਾਂ ਦਾ ਧਰਮ ਹੈ, ਜੋ ਇਹਨਾਂ ਨੂੰ ਸਰਕਾਰ ਦੇ ਸਿਸਟਮ ਨੇ ਫੇਲ ਹੋਣ ਦੀ ਵਜ੍ਹਾ ਇਹਨਾਂ ਦੀ ਮੌਤ ਬਣੀ ਹੈ। ਤੁਹਾਡੀ ਗਲਤਫਹਿਮੀ ਹੈ। ਇੱਥੇ ਕੋਈ ਗਰੀਬ ਝੁੱਗੀ ਵਾਲਾ, ਸੜਕ ਵਾਲਾ ਨਹੀਂ ਆਇਆ। ਸਾਰੇ ਬਹੁਤ ਹੀ ਅੱਛੇ ਪਰਿਵਾਰ ਦੇ ਲੋਕ ਆਏ ਨੇ ਸਾਰੇ। ਕੁਝ ਕੇਸ ਤੁਹਾਡੇ ਕੋਲ ਇਦਾਂ ਦੇ ਵੀ ਆਉਂਦੇ ਹੋਣੇ ਕਿ ਪਰਿਵਾਰ ਮੋਢਾ ਨਹੀਂ ਦੇ ਰਹੇ ਹੋਣੇ, ਪਰਿਵਾਰ ਪਿੱਛੇ ਹਟ ਗਏ ਹੋਣੇ? ਕੁਛ ਨਹੀਂ, ਸੈਂਕੜੋ। ਕੁਛ ਨਹੀਂ, ਸੈਂਕੜੋ। ਕਹਿੰਦੇ ਘਰ ਦੇ ਮਨਾ ਕਰ ਦਿੰਦੇ ਕਿ ਲੈ ਜਾਓ, ਅਸੀਂ ਨਹੀਂ ਰੱਖਣਾ। ਡਰਦੇ ਆ ਜੀ, ਡਰਦੇ ਆ, ਸਾਫ਼ ਕਰਦੇ ਹਾਂ, ਡਰ ਲੱਗਦਾ। ਜਿਹੜੇ ਲੋਕ ਕਹਿੰਦੇ ਕਰੋਨਾ ਵਰਗੀ ਮਹਾਮਾਰੀ ਨਹੀਂ ਹੈ, ਜਿਹੜੇ ਲੋਕ ਕਹਿੰਦੇ ਕਰੋਨਾ ਸਿਰਫ ਪ੍ਰੈਪੋਗੰਡਾ ਵਾ। ਗੁਰਬਾਣੀ ਕਹਿੰਦੀ ਜਿਸ ਤਨ ਲਾਗੇ ਸੋਈ ਜਾਣੇ, ਅਵਰ ਕੇ ਜਾਣੇ ਪੀਰ ਭਰਾਈ। ਜਿਨ੍ਹਾਂ ਦੇ ਘਰ ਉਜੜ ਗਏ, ਜਿਨ੍ਹਾਂ ਦੇ ਜਵਾਨ ਬੱਚੇ ਚਲੇ ਗਏ, ਜਿਹੜੇ ਬੱਚੇ ਯਤੀਮ ਹੋ ਗਏ ਨੇ, ਉਹਨਾਂ ਨੂੰ ਪੁੱਛੋ ਨਾ ਕਰੋਨਾ ਕਿੰਨਾ ਕੀ ਚੀਜ਼ ਹੈ।
ਤੁਹਾਡੀ ਐਂਬੂਲੈਂਸ ਜਿਹੜੀ ਹੈ ਉਹ ਕੋਈ ਪੈਸੇ ਲੈਂਦੀ ਹੈ? ਕਿਉਂਕਿ ਮੈਂ ਕੁਝ ਐਂਬੂਲੈਂਸ ਦੇਖਿਆ ਜਿਹੜੇ ਕਾਲਾਬਾਜ਼ਾਰੀ ਕਰਦੇ ਆ, 1.5 ਲੱਖ ਰੁਪਇਆ 50,000 ਰੁਪਇਆ ਲੈ ਰਹੇ ਆ, 3 ਕਿਲੋਮੀਟਰ ਦਾ 25,000 ਰੁਪਇਆ ਲੈ ਰਹੇ ਆ। ਦੇਖੋ ਜੀ, ਅਸੀਂ ਤਾਂ ਸਨ 1995 ਤੋਂ ਐਂਬੂਲੈਂਸ ਚਲਾ ਰਹੇ ਹਾਂ ਔਰ ਸਾਡੇ ਕੋਲ ਹਰ ਗੱਡੀ ਦਾ ਰਿਕਾਰਡ ਹੁੰਦਾ ਹੈ, ਹਰ ਗੱਡੀ ਦਾ ਰਿਕਾਰਡ ਹੁੰਦਾ ਹੈ। ਜਿੰਨੇ ਕਿਸੇ ਨੇ ਸੰਗਤ ਨੇ ਸੇਵਾ ਦੇ ਬਦਲੇ ਜੇ ਕੋਈ ਦੇਣਾ ਵੀ ਹੁੰਦਾ ਹੈ ਉਹ ਸੰਸਥਾ ਚ ਆ ਕੇ ਰਸੀਦ ਕਟਾ ਕੇ ਜਾਂਦੇ ਆ। ਅਦਰਵਾਈਜ਼ ਸਾਡੇ ਡਰਾਈਵਰ ਕਦੀ ਇਸ ਤਰ੍ਹਾਂ ਨਹੀਂ ਕਰਦੇ ਕਿ 1000 ਲਿਆ 500 ਲਿਆ, ਲੋੜ ਨਹੀਂ ਹੈਗੀ ਸਾਨੂੰ। ਬਾਬਾ ਜੀ ਦੀ ਬੜੀ ਕਿਰਪਾ ਹੈ। ਵਾਹਿਗੁਰੂ ਅੱਗੇ ਅਰਦਾਸ ਕਰੋਗੇ ਕਿ ਇੱਕ ਦਿਨ ਅਜਿਹਾ ਆਵੇ ਕਿ ਇੰਨੀਆਂ ਲਾਸ਼ਾਂ ਨਾ ਦੇਖਣੀਆਂ ਪੈਣ। ਭਾਈ ਅਰਦਾਸ ਕਰਦੇ ਹਾਂ ਜੀ, ਖਤਮ ਹੋ ਜਾਏ ਲਾਸ਼ਾਂ ਦਾ ਸਿਲਸਿਲਾ। ਬਹੁਤ ਪਰਿਵਾਰ ਤਬਾਹ ਹੋ ਗਿਆ ਜੀ ਇਹਦੇ ਚ। ਲੋਕਾਂ ਨੂੰ ਕੁਝ ਕਹਿਣਾ ਚਾਹੋਗੇ ਤੁਸੀਂ? 87 50 67 44 33 ਦਿੱਲੀ ਚ ਕਿਸੇ ਦਾ ਵੀ ਕੋਈ ਬੰਦਾ ਇਸ ਤਰ੍ਹਾਂ ਦਾ ਜਿਹਨੂੰ ਕੋਈ ਕੰਧਾ ਨਾ ਮਿਲ ਰਿਹਾ ਹੈ, ਕਿਤੇ ਸੰਸਕਾਰ ਕਰਨ ਵਾਲਾ ਨਾ ਹੋਵੇ, ਮੈਨੂੰ ਫੋਨ ਕਰੋ ਜੀ। ਮੈਂ ਜ਼ਿਆਦਾ ਸਮਾਂ ਨਹੀਂ ਦੇ ਪਾਵਾਂਗਾ, ਮੈਂ ਸੰਸਕਾਰ ਕਰਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੇਵਾ ਲਗਾਤਾਰ ਜਤਿੰਦਰ ਸਿੰਘ ਸ਼ੰਟੀ ਅਤੇ ਉਹਨਾਂ ਦੇ ਬੇਟੇ ਜੋਤ ਹੋਰੀ ਕਰ ਰਹੇ ਨੇ ਔਰ ਇਹ ਸੇਵਾ ਕਰਦੇ ਕਰਦੇ ਜੋਤ ਜਿਹੜੇ ਨੇ ਉਹ ਕੋਵਿਡ ਪੋਜ਼ਿਟਿਵ ਵੀ ਹੋ ਗਏ। ਇਸ ਵੇਲੇ ਘਰ ਦੇ ਅੰਦਰ ਕੁਆਰੰਟੀਨ ਨੇ ਔਰ ਉਹਨਾਂ ਦੇ ਪਿਤਾ ਜਤਿੰਦਰ ਸ਼ੰਟੀ ਇਸ ਵੇਲੇ ਸ਼ਮਸ਼ਾਨ ਘਾਟ ਦੇ ਵਿੱਚ ਲੋਕਾਂ ਦਾ ਅੰਤਿਮ ਸੰਸਕਾਰ ਕਰ ਰਹੇ ਨੇ। ਜੋਤ ਹੋਰੀ ਮੇਰੇ ਨਾਲ ਨੇ। ਜੋਤ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋਤ ਜੀ, ਪਹਿਲਾਂ ਦੱਸੋ ਤੁਹਾਡੀ ਸਿਹਤ ਕਿਵੇਂ ਹੈ ਇਸ ਵੇਲੇ? ਭਾਜੀ ਪਿਛਲੇ 9 ਦਿਨ ਜਿਹੜੇ ਹੈਗੇ ਨੇ ਬੜੇ ਔਖੇ ਕੱਟੇ ਨੇ, ਕਿਉਂਕਿ 7 ਦਿਨ ਮੈਂ ਆਕਸੀਜਨ ਸਪੋਰਟ ਤੇ ਸੀਗਾ ਔਰ ਫੀਵਰ ਮੇਰਾ ਕੱਲ ਟੁੱਟਿਆ ਜਾ ਕੇ 8 ਦਿਨ ਬਾਅਦ। ਔਰ ਮਤਲਬ these 8-9 days have been a hell for me, ਲੇਕਿਨ ਹੁਣ ਪਰਮਾਤਮਾ ਦੀ ਕਿਰਪਾ ਕਰਕੇ ਲੋਕਾਂ ਦੀ ਅਰਦਾਸਾਂ ਸਦਕੇ I am feeling a bit better now। ਜਿਹੜੀ ਗੁਰੂ ਨੇ ਸੇਵਾ ਬਖਸ਼ੀ ਹੈ ਤੁਹਾਨੂੰ, ਤੁਹਾਡੇ ਪਿਤਾ ਜੀ, ਤੁਸੀਂ, ਤੁਹਾਡੀ ਜੋੜੀ ਲਗਾਤਾਰ ਬਹੁਤ ਸਾਰੇ ਮੈਂ ਦੇਖ ਰਿਹਾ, ਲਗਾਤਾਰ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਔਰ ਜਤਿੰਦਰ ਅੰਕਲ ਹੋਰਾਂ ਨਾਲ ਮੇਰੀ ਗੱਲ ਵੀ ਹੋਈ ਸੀ। 2000 ਤੋਂ ਵੱਧ ਲੋਕਾਂ ਦਾ ਤੁਸੀਂ ਅੰਤਿਮ ਸੰਸਕਾਰ ਕਰ ਚੁੱਕੇ ਹੋ ਪਿਛਲੇ 1 ਸਾਲ 'ਚ। It's more than 2400 actually, ਜੇ ਤੁਸੀਂ ਕੱਲ ਰਾਤ ਤੱਕ ਦਾ ਡੇਟਾ ਇੰਕਲੂਡ ਕਰੋ। ਔਰ ਇਹਦੇ ਵਿੱਚ ਮੋਸਟਲੀ ਉਹ ਲੋਕੀ ਹੈਗੇ ਨੇ ਜਿਹੜੇ ਘਰ ਦੇ ਵਿੱਚ ਕੁਆਰੰਟੀਨ ਸੀਗੇ ਔਰ ਘਰ 'ਚ ਉਹਨਾਂ ਦੀ ਡੈਥ ਹੋ ਗਈ ਔਰ ਕੋਈ ਉਹਨਾਂ ਨੂੰ ਸ਼ਮਸ਼ਾਨ ਤੱਕ ਲਿਜਾਣ ਵਾਲਾ ਨਹੀਂ ਸੀ। ਤੇ ਇਹੋ ਜਿਹੇ ਲੋਕਾਂ ਦਾ ਅਸੀਂ ਅੰਤਿਮ ਸੰਸਕਾਰ ਕੀਤਾ ਸਾਡੀ ਟੀਮਸ ਨੇ। ਪਲੱਸ ਇਹੋ ਜਿਹੇ ਲੋਕ ਵੀ ਸੀਗੇ ਜਿਨ੍ਹਾਂ ਦੇ ਘਰ ਵਾਲੇ ਡੈਡ ਬੋਡੀ ਨੂੰ ਹੀ ਛੱਡ ਕੇ ਭੱਜ ਗਏ, ਕਿਉਂਕਿ ਕੋਵਿਡ ਦੀ ਸੈਕੰਡ ਵੇਵ ਦਾ ਬਹੁਤ ਡਰ ਹੈ ਲੋਕਾਂ 'ਚ। ਤੇ ਇਹੋ ਜਿਹੀ ਡੈਡ ਬੋਡੀਜ਼ ਵੀ ਹੈਗੀਆਂ ਨੇ ਜਿਹੜੀਆਂ ਸ਼ਮਸ਼ਾਨ ਦੇ ਬਾਹਰ ਲੋਕੀ ਛੱਡ ਜਾਂਦੇ ਨੇ, ਤੇ ਇਹੋ ਜਿਹੀ ਬੋਡੀਜ਼ ਦਾ ਅਸੀਂ ਸੰਸਕਾਰ ਕਰਾਉਂਦੇ ਹਾਂ ਐਸ ਪਰ ਦਾ ਕੋਰੋਨਾ ਪ੍ਰੋਟੋਕੋਲ। ਤੁਹਾਨੂੰ ਡਰ ਨਹੀਂ ਲੱਗਦਾ? ਤੁਸੀਂ ਖੁਦ ਕੋਵਿਡ ਪੋਜ਼ਿਟਿਵ ਹੋ ਗਏ, ਪਿਛਲੇ ਸਾਲ ਵੀ ਜਤਿੰਦਰ ਹੋਰੀ ਵੀ ਕੋਵਿਡ ਪੋਜ਼ਿਟਿਵ ਹੋ ਗਏ ਸੀਗੇ। ਡਰ ਦੀ ਗੱਲ ਤਾਂ ਖੈਰ ਨਹੀਂ ਸੀ, ਲੇਕਿਨ ਥੋੜੀ ਜਿਹੀ ਘਬਰਾਹਟ ਸੀਗੀ। ਲੇਕਿਨ ਘਰ ਮਹਾਰਾਜ ਦਾ ਪ੍ਰਕਾਸ਼ ਹੈ ਔਰ ਮਾਤਾ ਜੀ ਬਸ ਇਹੀ ਕਹਿੰਦੇ ਨੇ, ਮੇਰੇ ਬਹੁਤ ਗੋਡ ਫੀਅਰਿੰਗ ਹੈਗੇ ਨੇ, ਕਿ ਬੇਟਾ ਤੁਸੀਂ ਲੋਕਾਂ ਦੀ ਸੇਵਾ ਕਰੋ, ਤੁਹਾਡਾ ਧਿਆਨ ਦਸ਼ਮੇਸ਼ ਪਿਤਾ ਰੱਖਣਗੇ। ਬਸ ਉਹੀ ਚੀਜ਼ ਲੈ ਕੇ ਅਸੀਂ ਡੇਲੀ ਜਦੋਂ ਸਵੇਰੇ ਨਿਕਲਨੇ ਆ ਇੱਕੋ ਗੱਲ ਕਹਿੰਦੇ ਆ ਕਿ ਦੇਹ ਸ਼ਿਵਾ ਬਰਮੋਹੇ ਹੈ, शुभ कर्मन ते कभो न टरो, ना डरो और से जब जा लरो, निश्चय कर अपनी जीत करो। और यही एक ਜਿਹੜਾ ਸ਼ਲੋਕ ਆ ਗਿਆ ਦੇ ਕਰਕੇ ਸਾਨੂੰ ਇੰਨਾ ਬਲ ਮਿਲਿਆ ਕਿ ਅਸੀਂ ਹੁਣ ਮੈਂ ਸੈਕਿੰਡ ਟਾਈਮ ਕੋਵਿਡ ਤੋਂ ਡਾਊਨ ਹੋਇਆ। ਕੋਵਿਡ ਦੇ ਮਰੀਜ਼ ਜਦੋਂ ਘਰ ਦੇ ਅੰਦਰ ਉਹਨਾਂ ਦੀ ਮੌਤ ਹੋ ਜਾਂਦੀ ਹੈ ਔਰ 4 ਮੋਢੇ ਨਹੀਂ ਮਿਲ ਪਾ ਰਹੇ, ਮੈਂ ਦੇਖ ਰਿਹਾ ਦਿੱਲੀ ਦੇ ਵਿੱਚ, ਉਦੋਂ ਤੁਹਾਡੇ ਨਾਲ ਕਿਵੇਂ ਸੰਪਰਕ ਸਾਧਦੇ ਨੇ ਔਰ ਤੁਸੀਂ ਕਿਵੇਂ, ਕੀ ਤੁਹਾਡਾ ਸਿਸਟਮ ਕੀ ਹੁੰਦਾ ਪੂਰਾ? ਭਾਜੀ ਤੁਸੀਂ ਕਹਿ ਰਹੇ ਹੋ 4 ਮੋਢੇ, ਇੱਥੇ ਇੱਕ ਮੋਢਾ ਨਹੀਂ ਮਿਲ ਰਿਹਾ। ਐਂਬੂਲੈਂਸ ਨੂੰ ਫੋਨ ਕਰਦੇ ਨੇ, ਉਹ ਨਹੀਂ ਆਉਂਦੇ। ਉਹ ਸਾਫ਼ ਕਹਿੰਦੇ ਨੇ ਕਿ ਡੈਡ ਬੋਡੀ ਦਾ ਹਮਾਰਾ ਡਿਪਾਰਟਮੈਂਟ ਨਹੀਂ ਹੈ। ਲੋਕਾਂ 'ਚ ਸ਼ਹੀਦ ਭਗਤ ਸਿੰਘ ਸੇਵਾ ਦਲ ਦਾ ਸਾਡਾ ਨੰਬਰ ਆਲਰੇਡੀ ਫਲੈਸ਼ਡ ਹੈ। ਸੋਸ਼ਲ ਮੀਡੀਆ 'ਤੇ ਅਸੀਂ ਬੜੇ ਐਕਟਿਵ ਹੈਗੇ ਹਾਂ, ਅਤੇ ਕਿੱਥੇ ਵੀ ਡੈਥ ਹੁੰਦੀ ਹੈ ਤੇ ਪੀਪਲ ਨੋ ਕਿ ਇਟਸ ਸ਼ਹੀਦ ਭਗਤ ਸਿੰਘ ਸੇਵਾ ਦਲ ਦੈਟ ਇਜ਼ ਗੋਇੰਗ ਟੂ ਹੈਲਪ ਦੈਮ। ਅਤੇ ਸਾਡੇ ਕੋਲ ਫੋਨ ਆਉਂਦੇ ਨੇ। ਇਨ ਦੈਟ ਕੇਸ ਆਰ ਆਰਗੇਨਾਈਜੇਸ਼ਨ ਰਿਸਪੌਂਸ, ਅਸੀਂ ਐਂਬੂਲੈਂਸ ਲੈ ਕੇ ਜਾਂਦੇ ਹਾਂ, ਸਾਡੀ ਟੀਮ ਜਾਂਦੀ ਹੈ, ਪੂਰਾ ਪ੍ਰੋਪਰ ਕੋਰੋਨਾ ਪ੍ਰੋਟੋਕੋਲ ਫੋਲੋ ਕਰਕੇ ਡੈਡ ਬੋਡੀ ਨੂੰ ਪੈਕ ਕਰਕੇ ਸ਼ਮਸ਼ਾਨ ਲੈ ਕੇ ਜਾਂਦੇ ਹਾਂ ਅਤੇ ਉੱਥੇ ਉਹਦਾ ਅੰਤਿਮ ਸੰਸਕਾਰ ਕਰਨੇ ਹਾਂ। ਔਰ ਇੱਕ ਗੱਲ ਹੋਰ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਈਵਨ ਦੇ ਗਵਰਨਮੈਂਟ ਹੈਲਪਲਾਈਨਸ, ਸਰਕਾਰੀ ਹੈਲਪਲਾਈਨ ਜਿਹੜੀਆਂ ਹੈਗੀਆਂ ਨੇ, ਉਹ ਤੱਕ ਸ਼ਹੀਦ ਭਗਤ ਸਿੰਘ ਸੇਵਾ ਦਲ ਦਾ ਨੰਬਰ ਦਿੰਦੀਆਂ ਨੇ ਕਿ ਬਈ ਲਾਸ਼ ਦਾ काम है,
तो शहीद भगत सिंह सेवा दल को कांटेक्ट करो, जोजीत को, शंटी जी को कांटेक्ट करो। हम इसमें आपकी हेल्प नहीं कर सकते। मैं शंटी भाजी ਨੂੰ ਪਿਛਲੇ 8-10 ਸਾਲ ਤੋਂ ਜਾਣਦਾ, ਮੈਂ ਲਗਾਤਾਰ ਮੇਰਾ ਉਹਨਾਂ ਨਾਲ ਰਾਬਤਾ ਰਹਿੰਦਾ ਵਾ। ਐਂਬੂਲੈਂਸ ਇਸ ਵੇਲੇ ਤੁਹਾਡੇ ਕੋਲ ਕਿੰਨੀਆਂ ਨੇ, ਔਰ ਤੁਹਾਡੀ ਐਂਬੂਲੈਂਸ ਜਦੋਂ ਕੋਈ ਕੋਵਿਡ ਮਰੀਜ਼ ਨੂੰ ਲੈ ਕੇ ਜਾਣਾ ਹੁੰਦਾ, ਕਿਉਂਕਿ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਇਸ ਵੇਲੇ ਕਾਲਾ ਬਾਜ਼ਾਰੀ ਹੋ ਰਹੀ ਹੈ, ਐਂਬੂਲੈਂਸ ਵਾਲੇ ਦਾਦਾਗਿਰੀ ਕਰ ਰਹੇ ਹੈ, 25,000 ਤੋਂ ਲੈ ਕੇ 1.5 ਲੱਖ ਰੁਪਏ ਦਾ ਬਿੱਲ ਬਣਾ ਰਹੇ। ਅਗਰ 3 ਕਿਲੋਮੀਟਰ ਜਾਣਾ 25,000 ਰੁਪਏ ਬਿੱਲ ਹੈ, 10 ਕਿਲੋਮੀਟਰ ਜਾਣਾ 50,000 ਰੁਪਏ ਲੈ ਰਹੇ ਹੈ। ਕੱਲ ਦਿੱਲੀ ਤੋਂ ਕਿਸੇ ਨੇ ਲੁਧਿਆਣੇ ਆਣਾ ਸੀ, 1,20,000 ਰੁਪਏ ਦਾ ਬਿੱਲ ਬਣਾ ਦਿੱਤਾ। ਸਰ ਸਾਡੇ ਕੋਲ 18 ਹੈਗੀਆਂ ਨੇ ਐਂਬੂਲੈਂਸਸ, ਔਰ ਜਿਹੜੀਆਂ ਡੈਡ ਬੋਡੀ ਵਾਸਤੇ ਹੈਗੀਆਂ ਨੇ 6 ਸਾਡੇ ਕੋਲ ਸੀਗੀਆਂ ਪੇਸ਼ੈਂਟ ਵਾਲੀਆਂ ਐਂਬੂਲੈਂਸਸ। ਲੇਕਿਨ ਲਾਸ਼ਾਂ ਇੰਨੀਆਂ ਵੱਧ ਗਈਆਂ ਕਿ ਜਿਹੜੀ ਜੋ 6 ਐਂਬੂਲੈਂਸਾਂ ਸੀਗੀਆਂ ਉਹ ਵੀ ਅਸੀਂ ਡੈਡ ਬੋਡੀ ਵਾਸਤੇ ਡਿਪਿਊਟ ਕਰਤੀਆਂ। ਹੁਣ ਅਸੀਂ ਨਵੀਆਂ ਐਂਬੂਲੈਂਸਾਂ ਪਰਚੇਸ ਕੀਤੀਆਂ ਨੇ, ਦੋ ਅਸੀਂ ਹੋਰ ਕਰ ਰਹੇ ਹਾਂ, ਜਿਹੜੀਆਂ ਹੁਣ ਪੇਸ਼ੈਂਟਸ ਨੂੰ ਕੇਟਰ ਕਰਨਗੀਆਂ, ਕਿਉਂਕਿ ਲਾਸ਼ਾਂ ਦਾ ਕੰਮ ਬਹੁਤ ਵੱਧ ਗਿਆ ਜੀ ਐਕਚੁਅਲੀ। ਤੇ ਹੁਣ ਵੀ ਆਰ ਫਾਲੋਇੰਗ ਸ਼ਾਰਟ ਆਫ ਰਿਸੋਰਸਿਸ, but people are supporting us and we have been purchasing new ambulances। ਤੇ ਐਂਬੂਲੈਂਸ ਦਾ ਮੈਂ ਤੁਹਾਨੂੰ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਇੱਕ ਸਾਡੀ USP ਜਿਹੜੀ ਹੈਗੀ ਹੈ ਕਿ ਸਾਡੀ ਸ਼ਹੀਦ ਭਗਤ ਸਿੰਘ ਸੇਵਾ ਦਲ ਫ੍ਰੀ ਆਫ ਕਾਸਟ ਸਰਵਿਸ ਦਿੰਦਾ ਸਾਰੀ, ਚਾਹੇ ਪੇਸ਼ੈਂਟ ਨੂੰ ਟਰਾਂਸਪੋਰਟ ਕਰਨਾ ਹੋਵੇ, ਚਾਹੇ ਡੈਡ ਬੋਡੀ ਨੂੰ ਲੈ ਕੇ ਆਉਣਾ ਹੋਵੇ, ਚਾਹੇ ਅੰਤਿਮ ਸੰਸਕਾਰ ਹੋਵੇ। ਅਸੀਂ ਸਾਡੀ ਟੀਮਸ, ਅਸੀਂ ਕਿਸੇ ਕੋਲੋਂ 1 ਰੁਪਈਆ ਵੀ ਨਹੀਂ ਲੈਂਦੇ। ਦਿੱਲੀ ਦੇ ਵਿੱਚ ਮੈਂ ਦੇਖਿਆ ਕਿ ਸਿੱਖ ਕਮਿਊਨਿਟੀ ਰੱਬ ਦਾ ਰੂਪ ਬਣੀ ਹੋਈ ਹੈ, ਇਸ ਵੇਲੇ ਰੱਬ ਦੇ ਦੂਤ ਗਈ ਹੈ, ਤੁਸੀਂ ਰੱਬ ਦੇ ਦੂਤ ਦੇ ਤੌਰ ਤੇ ਕੰਮ ਕਰ ਰਹੇ ਹੋ। ਜਦੋਂ ਆਕਸੀਜਨ ਦੀ ਕਾਲਾ ਬਾਜ਼ਾਰੀ ਹੋਈ ਤਾਂ ਉਦੋਂ ਸਿੱਖ ਕਮਿਊਨਿਟੀ ਨੇ ਆਕਸੀਜਨ ਦਾ ਲੰਗਰ ਲਗਾ ਦਿੱਤਾ, ਆਕਸੀਜਨ ਦੀ ਸੇਵਾ ਲਗਾ ਦਿੱਤੀ। ਇਸ ਗੱਲ ਨੂੰ ਮੈਂ ਫਕਰ ਨਾਲ ਕਹਿਣਾ, ਮੈਂ ਮਾਣ ਮਹਿਸੂਸ ਕਰਨਾ ਕਿ ਦਿੱਲੀ 'ਚ ਲਾਸ਼ਾਂ ਦੀ ਸੇਵਾ ਜਿਹੜਾ ਕੰਮ ਸਰਕਾਰ ਨਹੀਂ ਕਰ ਪਾ ਰਹੀ ਉਹ ਸਰਦਾਰ ਕਰ ਰਹੇ ਨੇ। ਜੋ ਜਿਹੜੇ ਲੋਕ ਕਹਿੰਦੇ ਕੋਵਿਡ ਨਹੀਂ ਹੈ, ਕੋਵਿਡ ਸਿਰਫ ਪ੍ਰੋਪਗੈਂਡਾ ਵਾ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਜਿਹੜੇ ਕਹਿੰਦੇ ਕਿ ਮਾਸਕ ਨਹੀਂ ਲਗਾਉਣਾ ਚਾਹੀਦਾ, ਜਿਹੜੇ ਕਹਿੰਦੇ ਕਿ ਕੋਈ ਪਰਵਾਹ ਨਹੀਂ, ਸਾਨੂੰ ਕੁਝ ਨਹੀਂ ਹੁੰਦਾ, ਸਾਡੀ ਇਮਿਊਨਿਟੀ ਬਹੁਤ ਸਟਰੋਂਗ ਹੈ। ਇਹੋ ਜਿਹੇ ਲੋਕ ਮੈਂ ਤਾਂ ਇਹ ਕਹਾਂਗਾ ਜਾਹਿਲ ਨੇ, ਬਿਲਕੁਲ ਗਵਾਰ ਹੈਗੇ ਨੇ, ਜਿਨ੍ਹਾਂ ਨੂੰ ਇੰਨੀ ਅਕਲ ਨਹੀਂ ਹੈ ਕਿ ਪੂਰਾ ਵਰਲਡ ਇਸ ਵੇਲੇ ਜੂਝ ਰਿਹਾ। ਇਟਸ ਅ ਪੈਂਡੇਮਿਕ। ਜਿਹੜੇ ਕੋਵਿਡ ਪ੍ਰੋਟੋਕੋਲਸ ਨੂੰ ਫੋਲੋ ਨਹੀਂ ਕਰ ਰਹੇ, ਇਹ ਦੇਸ਼ ਦਰੋਹੀ ਹੈਗੇ ਨੇ। ਇਹ ਆਪਣੀ ਜਾਨ ਤਾਂ ਖਤਰੇ 'ਚ ਪਾ ਰਹੇ ਨੇ, ਆਪਣੇ ਪਰਿਵਾਰ ਦੀ, ਆਪਣੀ ਕਮਿਊਨਿਟੀ ਦੀ ਜਾਨ ਖਤਰੇ 'ਚ ਪਾ ਰਹੇ ਨੇ, ਔਰ ਇਹੋ ਜਿਹੇ ਲੋਕਾਂ ਦਾ ਬਾਈਕਾਟ ਕਰਨਾ ਚਾਹੀਦਾ ਸਾਨੂੰ। ਜੋ ਤੁਹਾਡੀ ਦਿਲੀ ਇੱਛਾ ਹੈ ਕੋਈ, ਜੋ ਤੁਹਾਨੂੰ ਲੱਗੇ ਕਿ ਅਗਰ ਮੇਰੇ ਕੋਲ ਪਾਵਰ ਹੋਵੇ ਜਾਂ ਮੇਰੇ ਕੋਲ ਇਹ ਚੀਜ਼ ਹੋਵੇ ਤਾਂ ਮੈਂ ਇਹ ਕਰਾਂ। ਸਰ ਤੁਸੀਂ ਮੇਰੀ ਦਿਲ ਦੀ ਗੱਲ ਮਤਲਬ ਕਿਹਾ ਤੀ, ਪੁੱਛ ਲਈ ਮੇਰੇ ਕੋਲੋਂ। ਜੇ ਅੱਜ ਮੇਰੇ ਕੋਲ ਹੈਲਥ ਸਿਸਟਮ ਹੋਵੇ, ਸਭ ਤੋਂ ਪਹਿਲਾਂ ਮੈਂ ਇਹ ਕਰਾਂਗਾ, ਦਿੱਲੀ ਸ਼ਹਿਰ ਦੇ ਅੰਦਰ ਜੋ ਮੈਂ ਹਾਲ ਦੇਖ ਰਿਹਾ, ਮੈਂ ਇੱਕ ਲੇਨ ਰਿਜ਼ਰਵ ਕਰਾਂਗਾ, ਐਂਬੂਲੈਂਸ ਲੇਨ, ਕਿ ਕਿਸੇ ਵੀ ਰੈੱਡ ਲਾਈਟ ਤੇ ਟ੍ਰੈਫਿਕ ਜਾਮ 'ਚ ਐਂਬੂਲੈਂਸ ਨਹੀਂ ਫਸਣੀ ਚਾਹੀਦੀ। ਇੱਕ ਲੇਨ ਸਪੈਸ਼ਲੀ ਡੈਡੀਕੇਟਡ ਹੋਣੀ ਚਾਹੀਦੀ। ਇਹ ਤਾਂ ਕਿਹਾ ਜਾਂਦਾ ਕਿ ਐਂਬੂਲੈਂਸ ਨਹੀਂ ਰੁਕੇਗੀ। ਇੱਥੇ 1 ਘੰਟਾ ਐਂਬੂਲੈਂਸ ਫਸੀ ਰਹਿੰਦੀ ਹੈ, ਲੋਕੀ ਐਂਬੂਲੈਂਸ ਮਾਰ ਜਾਂਦੇ ਨੇ। ਤੇ ਮੈਂ ਉਹਦੇ ਵਾਸਤੇ ਕੈਂਪੇਨ ਵੀ ਚਲਾਇਆ, ਐਂਬੂਲੈਂਸ ਫਰਸਟ, ਤੇ ਆਈ ਵਿਲ ਰਿਜ਼ਰਵ ਅ ਲੇਨ ਫॉर ਐਂਬੂਲੈਂਸ। ਸੈਕਿੰਡ ਮੈਂ ਕੀ ਕਰਾਂਗਾ ਕਿ ਜਿਹੜੇ ਘਰ ਦੇ ਅੰਦਰ ਡੈਥਸ ਹੋ ਰਹੀਆਂ ਨੇ ਉਹਨਾਂ ਵਾਸਤੇ ਮੈਂ ਇੱਕ ਫਿਊਨਰਲ ਵੈਨ ਸਰਵਿਸ ਇਮੀਡੀਏਟਲੀ ਸਟਾਰਟ ਕਰਾਂਗਾ। ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਰਿਹਾ ਸਰਵਿਸਿਸ। ਲੇਕਿਨ ਸਰ ਇੱਕ ਲਿਮਿਟਡ ਸਾਡਾ ਦਾਇਰਾ ਹੈ, ਬਟ ਇਫ ਆਈ ਐਮ ਇਨਟੂ ਅ ਪਾਵਰ, ਜੇ ਮੇਰੇ ਕੋਲ ਪਾਵਰ ਹੋਏਗੀ ਤਾਂ ਮੈਂ ਚਾਹਾਂਗਾ ਹਰ ਘਰ ਦੇ ਅੰਦਰ ਇਹ ਸਰਵਿਸ ਪਹੁੰਚੇ ਕਿ ਜੇ ਕਿਸੇ ਨੂੰ ਵੀ ਲੋੜ ਪਏ ਤੇ ਇੰਨਾ ਬੁਰਾ ਹਾਲ ਨਾ ਹੋਏ ਕਿ ਡੈਡ ਬੋਡੀ ਦਾ ਤਿਰਸਕਾਰ ਹੋਏ। ਅਸੀਂ ਇਹ ਪ੍ਰੋਪਰ ਸਰਵਿਸਿਸ ਲਾਰਜ ਸਕੇਲ ਤੇ ਪੂਰੀ ਕਮਿਊਨਿਟੀ ਨੂੰ ਦੇਵਾਂਗੇ। ਥਰਡ, ਜਿੰਨੇ ਹਸਪੀਟਲਸ ਹੈਗੇ ਨੇ ਉਹ 75% ਤੱਕ ਕੋਵਿਡ ਡੈਜ਼ਿਗਨੇਟ ਕਰਕੇ, ਐਂਡ ਵੀ ਵਿਲ ਇਮੀਡੀਏਟਲੀ ਮੂਵ ਟੂਵਰਡਸ ਕ੍ਰੀਏਟਿੰਗ ਮੇਕਸ਼ਿਫਟ ਹਸਪੀਟਲਸ। ਨੈਕਸਟ ਜਿਹੜੀ ਵੇਵ ਆਣੀ ਹੈ, ਥਰਡ ਵੇਵ, ਉਹਦੀ ਪ੍ਰੀਪੇਅਰਡਨੈਸ ਵਾਸਤੇ, ਕਿਉਂਕਿ ਸਾਡੀਆਂ ਸਰਕਾਰਾਂ ਤਾਂ ਕਰਦੀਆਂ ਨੇ ਜਦੋਂ ਡਿਜ਼ਾਸਟਰ ਆ ਜਾਂਦਾ। ਮੈਂ ਐਂਟੀਸੀਪੇਸ਼ਨ ਦੇ ਅੰਦਰ ਪ੍ਰੀਪੇਅਰਡਨੈਸ ਆਪਣੀ ਰੱਖਾਂਗਾ ਪੂਰੀ, ਕਿ ਜਦੋਂ ਤੀਜੀ ਵੇਵ ਆਏ ਤੇ ਘੱਟੋ ਘੱਟ ਲੋਕਾਂ ਨੂੰ ਆਕਸੀਜਨ ਲਈ, ਐਂਬੂਲੈਂਸ ਲਈ ਧੱਕੇ ਨਾ ਖਾਣੇ ਪੈਣ। ਜੋ ਕਿਉਂਕਿ ਤੁਸੀਂ ਥਰਡ ਵੇਵ ਦਾ ਜ਼ਿਕਰ ਕੀਤਾ, ਵਿਗਿਆਨਿਕ ਵੀ ਕਰ ਰਹੇ, ਮਾਹਰ ਵੀ ਕਰ ਰਹੇ ਹੈ,
ਲੋਕਾਂ ਨੂੰ ਕੀ ਕਹਿਣਾ ਚਾਹੋਗੇ, ਕਿਉਂਕਿ ਅਸੀਂ ਦੇਖਿਆ ਕਿ ਦਿੱਲੀ ਦੇ ਵਿੱਚ 2-2 ਦਿਨ ਵੇਟਿੰਗ ਕਰਨੀ ਪਈ, ਇੰਤਜ਼ਾਰ ਕਰਨਾ ਪਿਆ ਆਪਣਿਆਂ ਨੂੰ, ਉਹਨਾਂ ਦੀ ਚਿਤਾਵਾਂ ਨੂੰ ਅੱਗ ਲਗਾਉਣ ਦੇ ਲਈ। 120 ਚਿਤਾਵਾਂ ਨੂੰ ਤੁਸੀਂ ਰੋਜ਼ਾਨਾ ਅੱਗ ਲਾ ਰਹੇ ਹੋ। ਇਹ ਆਂਕੜਾ ਨਾ ਵਧੇ, 2-2 3-3 ਦਿਨ ਨਾ ਹੋਵੇ, ਸੜਕਾਂ ਤੇ ਲਾਸ਼ਾਂ ਨਾ ਪਈਆਂ ਹੋਣ। ਅਸੀਂ ਉਹ ਮੰਜ਼ਰ ਦੇਖ ਚੁੱਕੇ ਹਾਂ ਪਿਛਲੇ 1 ਸਾਲ ਦੇ ਵਿੱਚ। ਇਹਦੇ 'ਚ ਮੈਂ ਕਲੀਅਰਲੀ ਕਿਹਾ ਤਾਂ ਇਹਦੇ 'ਚ ਅਸੀਂ ਕੁਝ ਨਹੀਂ ਕਰ ਸਕਦੇ। ਜਿਹਨੂੰ ਆਪਾਂ ਕਹੀਏ ਕਿ ਜੀ 120 ਡੈਥਾਂ ਹੋਈਆਂ, 150 ਡੈਥਾਂ ਹੋਈਆਂ, ਇਹ ਇੱਕ ਜ਼ੋਨ ਦੀ ਗੱਲ ਕਰ ਰਿਹਾ। ਪੂਰੇ ਦਿੱਲੀ ਸ਼ਹਿਰ 'ਚ ਤਾਂ ਇੰਨੀਆਂ ਡੈਥਾਂ ਹੋ ਰਹੀਆਂ ਨੇ ਤੁਸੀਂ ਕਾਊਂਟ ਵੀ ਨਹੀਂ ਕਰ ਸਕਦੇ। ਤੀਜੀ ਵੇਵ ਦੇ ਅੰਦਰ ਜਿਹੜੀ ਆਉਣ ਵਾਲੀ ਹੈ, ਆਮ ਆਦਮੀ ਬਿਲਕੁਲ ਬੇਫਿਕਰ ਹੋ ਜਾਏ। ਸਰਕਾਰ ਨੂੰ ਸਟੈਪ ਲੈਣਾ ਚਾਹੀਦਾ ਹੈ ਔਰ ਲੋਕਾਂ ਨੂੰ ਕੋਵਿਡ ਦੇ ਖਿਲਾਫ ਨਹੀਂ ਲੜਨਾ, ਸਰਕਾਰ ਦੇ ਖਿਲਾਫ ਲੜਨਾ ਹੈ, ਕਿਉਂਕਿ ਉਹ ਤੁਹਾਡੇ ਟੈਕਸ ਦਾ ਮਿਸਯੂਜ਼ ਕਰ ਰਹੀ ਹੈ। ਤੁਸੀਂ ਮਰ ਰਹੇ ਹੋ, ਸਰਕਾਰ ਪਰਵਾਹ ਨਹੀਂ ਕਰ ਰਹੀ। ਜੋਤ ਜੀ, ਸਲੂਟ ਹੈ ਤੁਹਾਨੂੰ ਔਰ ਤੁਹਾਡੀ ਪੂਰੀ ਟੀਮ ਨੂੰ, ਔਰ ਆਸ ਕਰਦੇ ਹਾਂ, ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਜਲਦ ਤੋਂ ਜਲਦ ਤੁਸੀਂ ਠੀਕ ਹੋਵੋ ਔਰ ਜਿਹੜੀ ਸੇਵਾ ਨਿਭਾ ਰਹੇ ਹੋ ਉਹ ਸੇਵਾ ਤੁਸੀਂ ਕੰਟੀਨਿਊ ਕਰੋ, ਕਿਉਂਕਿ ਉਸ ਗੁਰੂ ਨੇ ਤੁਹਾਨੂੰ ਉਹ ਸੇਵਾ ਬਖਸ਼ੀ ਔਰ ਤੁਸੀਂ ਪੂਰੀ ਆਪਣੀ ਜਾਨ ਨਾਲ, ਪੂਰੀ ਹਿੰਮਤ ਦੇ ਨਾਲ ਤੁਸੀਂ ਲੱਗੇ ਹੋਏ ਹੋ, ਤੁਹਾਡੀ ਪੂਰੀ ਟੀਮ ਲੱਗੀ ਹੋਈ ਹੈ। ਧੰਨਵਾਦ।